वाहिगुरु जी का खालसा वाहिगुरु जी की फतेह। संगत जी, ये जो आप ਚਾਰਟ ਹੱਥ ਨਾਲ ਬਣਾਇਆ ਗਿਆ ਵਿਜ਼ੂਅਲ ਡਿਸਕ੍ਰਿਪਸ਼ਨ ਚਾਰਟ ਦੇਖ ਰਹੇ ਹੋ, ਇਹ ਸ੍ਰੀ ਸੁਖਮਨੀ ਸਾਹਿਬ ਜੀ ਦਾ 24 ਅਸ਼ਟਪਦੀਆਂ ਦਾ ਇੱਕ ਵਿਜ਼ੂਅਲ ਡਿਸਕ੍ਰਿਪਸ਼ਨ ਚਾਰਟ ਹੈ, ਜਿਹਦੇ ਵਿੱਚ ਸਾਧਕ ਦੀ ਜੋ ਸਪਿਰਿਚੁਅਲ ਪ੍ਰੋਗਰੈਸ਼ਨ ਹੈ ਉਹ ਦਰਸਾਈ ਗਈ ਹੈ। ਇਹ ਚਾਰਟ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਗੁਰੂ ਸਾਹਿਬ ਨੇ ਆਪ ਸੁਖਮਨੀ ਸਾਹਿਬ ਦੇ ਜਾਪ ਕਰਵਾ ਕੇ ਅਤੇ ਸੰਗਤ ਦੇ ਨਾਲ 6 ਮਹੀਨੇ ਕਥਾ ਵਿਚਾਰ ਕਰਕੇ ਇਹ ਵਿਚਾਰ ਸਾਹਮਣੇ ਆਏ ਹਨ, ਜੋ ਕਿ ਆਪ ਦੇ ਨਾਲ ਸਾਂਝੇ ਕਰਨੇ ਹਨ। ਹਾਂਜੀ ਸੰਗਤ ਜੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣ ਦੇ ਲਈ ਇਸ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ, ਇਨ 4 ਪਾਰਟਸ। ਜਿਹੜੀ ਸ਼ਬਦ ਗੁਰੂ ਜੀ ਦੀ ਸਪਿਰਿਚੁਅਲ ਪ੍ਰੋਗਰੈਸ਼ਨ ਹੈ ਉਸ ਨੂੰ ਸਰਗੁਣ, ਨਿਰਗੁਣ, ਨਿਰੰਕਾਰ, ਸੁੰਨ ਸਮਾਧ ਅਤੇ ਜੋ ਸਾਧਕ ਹੈ ਜੋ ਨਾਮ ਜਪਦਾ ਹੈ, ਜੋ ਕੁਚੱਜੀ ਬਣ ਕੇ ਆਉਂਦਾ ਹੈ ਗੁਰੂ ਸਾਹਿਬ ਪਾਸ, ਸ਼ੰਕੇ ਹੁੰਦੇ ਹਨ, ਦੁੱਖ ਆਉਂਦੇ ਹਨ, ਉਹ ਪਹਿਲਾਂ ਕੁਚੱਜੀ ਹੁੰਦੀ ਹੈ ਅਤੇ ਫਿਰ ਸੁਚੱਜੀ, ਫਿਰ ਗੁਣਵੰਤੀ ਅਤੇ ਫਿਰ ਚੌਥਾ ਪਦ। ਇਹਨਾਂ 4 ਭਾਗਾਂ ਦੇ ਵਿੱਚ 6 ਅਸ਼ਟਪਦੀਆਂ ਦਾ ਜੋ ਇਹ ਪਾਰਟ ਹਨ, ਇਸ ਨੂੰ ਇਸ ਤਰੀਕੇ ਨਾਲ ਸਮਝਿਆ ਗਿਆ ਹੈ। ਪਰ ਇਹ ਇੱਕ ਫੁੱਲ ਪਿਕਚਰ ਹੈ ਜਿਸ ਨੂੰ ਗੁਰੂ ਸਾਹਿਬ ਨੇ ਆਪ ਹੀ ਸੋਝੀ ਦੇ ਕੇ ਇਹ ਸਮਝਾਇਆ। ਅਤੇ ਗੁਰੂ ਸਾਹਿਬ ਸਰਗੁਣ ਸਰੂਪ ਦੇ ਵਿੱਚ ਜਿਵੇਂ ਕੁਚੱਜੀ ਤੋਂ ਸ਼ੁਰੂ ਕਰਦੇ ਹਨ ਕਿ ਕੁਚੱਜੀ ਉਹ ਜੀਵ ਇਸਤਰੀ ਹੈ ਜਿਸ ਦਾ ਚਿੱਤ ਮਿਥਿਆ ਨਾਲ, ਝੂਠ ਨਾਲ ਜੁੜਿਆ ਹੋਇਆ ਹੈ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਚੀਓ, ਹਉ ਇੰਨੀ ਟੋਲੀ ਭੁੱਲੀਏ ਤਿਸ ਕੰਤ ਨਾ ਬੈਠੀ ਪਾਚੀਓ। ਕਿ ਜੋ ਕੰਤ ਪ੍ਰਭੂਪਤੀ ਵਾਹਿਗੁਰੂ ਪਰਮੇਸ਼ਰ ਹੈ ਨਿਰਾਕਾਰ ਸਰੂਪ ਦੇ ਵਿੱਚ, ਉਸ ਦੇ ਨਾਲ ਉਸ ਦਾ ਚਿੱਤ ਨਹੀਂ ਲੱਗ ਸਕਦਾ ਕਿਉਂਕਿ ਉਹ ਮਿਥਿਆ ਨਾਲ ਜੁੜੀ ਹੋਈ ਹੈ। ਇਸ ਦੇ ਵਿੱਚ ਇਹਨਾਂ 6 ਅਸ਼ਟਪਦੀਆਂ ਦੇ ਵਿੱਚ ਗੁਰੂ ਸਾਹਿਬ ਉਹਨਾਂ ਗ੍ਰਹਸਥੀ ਜੋ ਸਾਧਕ ਸਿੱਖਾਂ ਨੂੰ ਇਹੀ ਦੱਸ ਰਹੇ ਹਨ ਕਿ ਨਾਮ ਦੀ ਮਹੱਤਤਾ ਕੀ ਹੈ, ਬਾਹਰਲੇ ਕਰਮ ਕਾਂਡਾਂ ਦੇ ਕੰਪੈਰੀਟਿਵ, ਅਤੇ ਉਸ ਪ੍ਰਭੂ ਨੂੰ ਚਿੱਤ ਵਿੱਚ ਰੱਖਣਾ ਹੈ, ਮਿਥਿਆ ਦੇ ਵਿੱਚ ਸੱਚ ਨੂੰ ਬੁੱਝਣਾ ਹੈ। ਅਤੇ ਆਪਣੇ 6ਵੀਂ ਅਸ਼ਟਪਦੀ ਦੇ ਵਿੱਚ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਰਤੀ ਕਰ ਪ੍ਰਸਾਦ ਗੁਰਦੇਵ। ਅਤੇ ਜਦੋਂ ਇਹ ਕਿਰਪਾ ਹੋ ਗਈ, ਪੰਜੋ ਵਿਕਾਰ ਉਸ ਦੇ ਮਿਟ ਗਏ ਕੁਚੱਜੀ ਦੇ, ਅਤੇ ਫਿਰ ਉਹ ਸੁਚੱਜੀ ਵੱਲ ਆਪਣਾ ਜੋ ਸਪਿਰਿਚੁਅਲ ਪ੍ਰੋਗਰੈਸ਼ਨ ਹੈ ਅਗਲੇ ਕੁਆਡਰੈਂਟ ਦੇ ਵਿੱਚ 7ਵੀਂ ਤੋਂ 12ਵੀਂ ਅਸ਼ਟਪਦੀਆਂ ਹਨ ਜੋ ਉਹ ਸੁਚੱਜੀ ਦੀਆਂ ਹਨ, ਜੋ ਕਿ ਨਿਰਗੁਣ ਸਰੂਪ ਦੇ ਵਿੱਚ ਉਹ ਸਾਧਨਾ ਦੀਆਂ ਹਨ। ਜੋ ਪਹਿਲੀ ਇਹ ਸਰਗੁਣ ਸਰੂਪ ਦੇ ਵਿੱਚ ਸੀ ਕਿ ਗੁਰੂ ਸਾਹਿਬ ਉਸ ਨੂੰ ਨਾਮਦਾਨ ਦਿੰਦੇ ਹਨ, ਨਾਮ ਦੀ ਮਹੱਤਤਾ ਦੱਸਦੇ ਹਨ। ਅਤੇ ਫਿਰ ਸੁਚੱਜੀ ਦੇ ਵਿੱਚ ਉਹੀ ਸਾਧਕ ਜੋ ਕੁਚੱਜੀ ਸੀ ਉਹ ਸੁਚੱਜੀ ਬਣ ਕੇ ਭਾਣੇ ਵਿੱਚ ਨਾਮ ਜਪਦਾ ਹੈ, ਜਿਵੇਂ ਕਿ ਭਾਣੇ ਤਖਤ ਵਡਾਈਆਂ, ਭਾਣੇ ਭੀਖ ਉਦਾਸ ਜੀਓ, ਭਾਣੇ ਥਲ ਸਿਰ ਸਰਬ ਹੈ, ਕਮਲ ਫੁੱਲੇ ਆਕਾਸ਼ ਜੀਓ, ਭਾਣੇ ਭਵਜਲ ਲੰਘੀ ਹੈ, ਭਾਣੇ ਮੰਝ ਭਰੀ ਆਸ ਜੀਓ, ਭਾਣੇ ਸੋ ਸਹੁ ਰੰਗਲਾ ਸਿਫਤ ਰਤਾ ਗੁਣਤਾਸ ਜੀਓ, ਭਾਣੇ ਸਹੁ ਪੀ ਹਾਵਲਾ ਹਉ ਆਵਣ ਜਾਣ ਮੁਯਾਸ ਜੀਓ। ਕਿਆ ਮਾਂਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ, ਗੁਰ ਸਬਦੀ ਸਹੁ ਪਾਇਆ ਸਚ ਨਾਨਕ ਕੀ ਅਰਦਾਸ ਜੀਓ। ਜਦੋਂ ਸੁਚੱਜੀ ਨੇ ਭਾਣੇ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕੀਤੀ ਅਤੇ ਫਿਰ ਉਸ ਨੂੰ ਸਾਧ, ਬ੍ਰਹਮ ਗਿਆਨੀ, ਅਪਰਸ, ਪਰਮੇਸ਼ਰ ਦਾ ਪਿਆਰਾ ਅਤੇ ਮਸਕੀਨੀਆਂ, ਇਹ ਜੋ ਅਵਸਥਾਵਾਂ ਅੰਦਰ ਦੀਆਂ ਹਨ ਜੋ ਸ਼ਬਦ ਨੂੰ ਜਪ ਕੇ, ਸ਼ਬਦ ਦੀ ਘੜਤ ਘੜ ਕੇ, ਹਉਮੈ ਨੂੰ ਬੁੱਝ ਕੇ ਇਹ ਉਸ ਨੂੰ ਪ੍ਰਾਪਤ ਹੁੰਦੀਆਂ ਹਨ। ਅਤੇ ਇਹ ਨਿਰਗੁਣ, ਇਸ ਨੂੰ ਸ਼ਬਦ ਦੀ ਨਿਰਗੁਣ ਸਟੇਟ ਕਿਹਾ ਜਾਂਦਾ ਹੈ। ਅਤੇ ਫਿਰ ਇਸ ਤੋਂ ਬਾਅਦ ਤੀਸਰਾ ਕੁਆਡਰੈਂਟ ਹੈ ਗੁਣਵੰਤੀ ਦਾ, ਕਿ ਜਦੋਂ ਤੀਸਰਾ ਭਾਗ ਗੁਣਵੰਤੀ ਦਾ ਹੈ ਕਿ ਜਦੋਂ ਸਾਧਕ ਨਿਰੰਕਾਰ ਸਟੇਟ ਦੇ ਵਿੱਚ ਚਲੇ ਜਾਂਦਾ ਹੈ, ਆਪਣੀ ਮਨ ਦੀ ਅਵਸਥਾ ਜੋ ਗੁਰੂ ਸਾਹਿਬ ਦੀ ਕਿਰਪਾ ਉਸ ਨੂੰ ਸ਼ਬਦ ਦੀ ਕਮਾਈ ਦੇਣਾ ਹੁੰਦੀ ਹੈ। ਜਿਵੇਂ ਨਿਰੰਕਾਰ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਨ ਕਿ ਸੱਚਖੰਡ ਵਿੱਚ ਨਿਰੰਕਾਰ, ਉਹ ਆਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਆਪਣੀ ਹਉਮੈ ਤੋਂ ਰਹਿਤ ਹੋ ਜਾਂਦਾ ਹੈ, 5 ਚੋਰਾਂ ਤੋਂ ਰਹਿਤ ਹੋ ਜਾਂਦਾ ਹੈ, ਅਤੇ ਫਿਰ ਉਹ ਨਿਰੰਕਾਰ ਸਟੇਟ ਦੇ ਵਿੱਚ ਚਲੇ ਜਾਂਦਾ ਹੈ। ਅਤੇ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਨਿਰਗੁਣ ਅਤੇ ਸਰਗੁਣ ਦਾ ਖੇਲ ਦੇਖਦਾ ਹੈ। ਜਿਵੇਂ ਕਿ ਗੁਰੂ ਸਾਹਿਬ 18ਵੀਂ ਅਸ਼ਟਪਦੀ ਦੇ ਅਖੀਰਲੇ ਪਦੇ ਵਿੱਚ ਵਿਖਿਆਨ ਕਰਦੇ ਹਨ, ਫਰਮਾਉਂਦੇ ਹਨ ਕਿ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਇੱਕੋ ਸੋਏ, ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ, ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਕਿ ਉਹ ਜੋ ਗੁਣਵੰਤੀ ਹੈ, ਸਾਧ ਜਨ ਗੁਰਮੁਖ ਪਿਆਰਾ ਹੈ, ਉਹ ਨਿਰਗੁਣ ਅਤੇ ਸਰਗੁਣ ਵਿੱਚ ਜੋ ਖੇਲ ਚੱਲ ਰਿਹਾ ਹੈ ਆਕਾਰਾਂ ਦਾ, ਉਹ ਦੇਖਣ ਵਿੱਚ ਸਮਰੱਥ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਸਦਕਾ ਗੁਰੂ ਨੇ ਆਪ ਉਸ ਨੂੰ ਹੱਥ ਫੜ ਕੇ ਕਿਰਪਾ ਕਰਕੇ ਉਸ ਨੂੰ ਇਸ ਖੇਲ ਦੇ ਵਿੱਚੋਂ ਬਾਹਰ ਕੱਢ ਦਿੱਤਾ, ਅਤੇ ਫਿਰ ਉਹ ਗੁਣਵੰਤੀ ਬਣ ਜਾਂਦਾ ਹੈ ਕਿ ਗੁਰਮੁਖ ਪਿਆਰਾ ਜੋ ਹੋਰਾਂ ਨੂੰ ਵੀ ਇਹ ਰਸਤਾ ਦਿਖਾ ਸਕਦਾ ਹੈ। ਜਿਵੇਂ ਕਿ ਗੁਣਵੰਤੀ ਵਿੱਚ ਫਰਮਾਇਆ ਗਿਆ ਹੈ, ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੁਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਕਿਉਂ ਜੋ ਦੂਜਾ ਭਾਉ ਹੈ, ਦਵੈਸ਼ ਹੈ, ਡੁਐਲਿਟੀ ਹੈ, ਇਹ ਹੀ ਗੁਰੂ ਗ੍ਰੰਥ ਸਾਹਿਬ ਆਪਣਾ ਕੱਢਣਾ ਚਾਹੁੰਦੇ ਹਨ। ਸਿੱਖਾਂ ਦਾ ਇੱਕ ਨਾਲ ਜੋੜਨਾ ਚਾਹੁੰਦੇ ਹਨ ਕਿ ਇੱਕ ਹੀ ਪ੍ਰਭੂ ਹੈ, ਉਹੀ ਆਪਣੀ ਕਿਰਤ ਦੇ ਵਿੱਚ ਸਮਾਇਆ ਹੋਇਆ ਹੈ।
ਇਉਂ ਪਾਵੈ ਹਰ ਦਰਸਾਵੜਾ ਨਹਿ ਲੱਗੇ ਤਤੀ ਵਾਓ ਜੀਓ। ਇਸ ਤਰੀਕੇ ਨਾਲ ਕਰਨ ਨਾਲ, ਆਪਣਾ ਦੂਜਾ ਭਾਵ ਮਿਟਾਉਣ ਨਾਲ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਨ ਨਾਲ ਹਰੀ ਦਾ ਜੋ ਹਰੇਕ ਦੇ ਵਿੱਚ ਵਸ ਰਿਹਾ ਹੈ ਉਸ ਦਾ ਦਰਸ਼ਨ ਹੋ ਜਾਂਦਾ ਹੈ ਅਤੇ ਵਿਕਾਰਾਂ ਦੀ ਕੋਈ ਤੱਤੀ ਵਾਓ ਨਹੀਂ ਲੱਗਦੀ। ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਕਿ ਇਹ ਜੋ ਮੇਰੇ ਬੋਲ ਹਨ ਉਹ ਮੇਰੇ ਬੋਲ ਨਹੀਂ, ਇਹ ਜੋ ਹੁਕਮ ਵਰਤ ਰਿਹਾ ਹੈ, ਹੁਕਮ ਉਪਜ ਰਿਹਾ ਹੈ, ਉਹ ਹੀ ਹੈ। ਤੇ ਇਹ ਗੁਣਵੰਤੀ ਦੀ ਸਾਧ ਜਨ ਗੁਰਮੁਖ ਪਿਆਰੇ ਦੀ ਉਸ ਖੇਲ ਨੂੰ ਬੁੱਝਣ ਦੇ ਦੁਆਰਾ ਜੋ ਗੁਰੂ ਦੀ ਕਿਰਪਾ ਨਾਲ ਉਸਨੇ ਬੁੱਝਿਆ, ਉਸ ਦੀ ਇਹ ਅਵਸਥਾ ਹੈ। ਅਤੇ ਫਿਰ ਇਸ ਤੋਂ ਬਾਅਦ ਜੋ ਅਖੀਰਲਾ ਪਦ ਹੈ ਉਹ ਚੌਥਾ ਪਦ ਪਰਮ ਪਦ, ਤੁਰੀਆ ਅਵਸਥਾ, ਸੁਨ ਸਮਾਧ, ਬੇਗੁੰਪੁਰਾ, ਆਪਾ ਪਦ, ਨਿਰਵਾਣ ਪਦ, ਸਹਿਜ ਪਦ ਅਤੇ ਅਨੇਕਾਂ ਹੀ ਨਾਵਾਂ ਨਾਲ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਖਿਆਨ ਕੀਤਾ ਗਿਆ ਹੈ। ਇਹ ਡਿਟੇਲਡ ਡਿਸਕ੍ਰਿਪਸ਼ਨ ਹੀ ਹੈ ਜੀ ਨਿਰੰਕਾਰ ਸਟੇਟ ਦੀ, ਜਿੱਥੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ 38ਵੀਂ ਪੌੜੀ ਵਿੱਚ ਕਿਹਾ ਕਿ ਸੱਚਖੰਡ ਵਸੈ ਨਿਰੰਕਾਰ, ਪਰ ਉਹ ਨਾਨਕ ਕਥਨਾ ਕਰੜਾ ਸਾਰ, ਕਿ ਉਸ ਨੂੰ ਕਥਨਾ ਬਹੁਤ ਹੀ ਕਰੜਾ ਹੈ। ਪਰ ਇਸ ਨੂੰ ਹੀ ਆਪਣੇ 5ਵੇਂ ਜੋਤ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਡਿਟੇਲ ਦੇ ਵਿੱਚ ਡਿਸਕ੍ਰਾਈਬ ਕੀਤਾ ਹੈ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਜਦੋਂ ਸਾਧਕ ਨੂੰ ਇਹ ਮਹਿਸੂਸ ਹੋਵੇ ਕਿ ਇਹ ਅਧਿਆਤਮਿਕ ਸਫ਼ਰ ਸਾਰਾ ਪਰਮੇਸ਼ਰ ਦੀ ਹੀ ਬਣਾਈ ਬਣਤ ਹੈ, ਗੁਰੂ ਦੀ ਕਿਰਪਾ ਸਦਕਾ ਹੀ ਇਹ ਹੋਇਆ ਹੈ, ਸੂਖਮ ਹਉਮੈ ਬਿਲਕੁਲ ਨਹੀਂ ਰਹਿੰਦੀ, ਫਿਰ ਇਸ ਨੂੰ ਜਦੋਂ ਸਾਰੇ ਆਕਾਰ ਮਾਇਆ ਮਿਟ ਜਾਂਦੇ ਹਨ, ਗੁਰੂ ਸਾਹਿਬ ਇਸ ਨੂੰ ਇਸ ਤਰ੍ਹਾਂ ਵਿਖਿਆਨ ਕਰਦੇ ਹਨ। ਜਬ ਆਕਾਰ ਇਹ ਕਸ਼ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ बैर विरोध किस संग कमात, जब इसका वर्ण चिन्ह न जापत, तब हरख सोग कहो किस है व्यापत, जब आपन आप पार ब्रह्म, तब मोह कहा किस होवत भरम, आपन खेल आप वरतीजा, नानक करने हार न दूजा। कि ਇਹ ਖੇਲ ਆਪ ਹੀ ਇੱਕ ਹੁਕਮੀ ਦਾ ਵਰਤ ਰਿਹਾ ਹੈ, ਉਸ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਹੈ। ਜੀਏ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। 22 ਨੰਬਰ ਸ਼ਲੋਕ ਵਿੱਚ ਕਹਿੰਦੇ ਹਨ ਕਿ ਇੱਕ ਪਰਮਾਤਮਾ ਹੀ ਸਾਰੇ ਪਾਸੇ ਪਸਰਿਆ ਹੋਇਆ ਹੈ ਤੇ ਇੱਕ ਤੋਂ ਬਗੈਰ ਹੋਰ ਕੋਈ ਵੀ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਸ਼ਲੋਕ ਨੰਬਰ 23 ਦੇ ਵਿੱਚ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਨੇ ਗਿਆਨ ਦਾ ਅੰਜਨ ਅੱਖਾਂ ਵਿੱਚ ਪਾ ਦਿੱਤਾ ਹੈ ਅਤੇ ਅਗਿਆਨਤਾ ਦਾ ਅੰਧੇਰਾ ਮਿਟ ਗਿਆ ਹੈ। ਇਹ ਸਾਰਾ ਕੁਝ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨਾ ਵਰਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਇਹ ਸਾਰਾ ਕੁਝ ਇੱਕ ਨੂੰ ਅਦ੍ਰਿਸ਼ਟ ਨੂੰ ਬੁੱਝਣ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਮਿਥਿਆ ਵਿੱਚ ਸੱਚ ਨੂੰ ਬੁੱਝਣ ਦੇ ਨਾਲ ਪ੍ਰਾਪਤੀ ਹੋਈ ਹੈ। ਸ਼ਲੋਕ ਨੰਬਰ 24 ਦੇ ਵਿੱਚ ਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਕਿ ਜੋ ਉਹ ਪ੍ਰਭੂ ਹੈ ਉਸ ਦੀ ਆਰਾਧਨਾ ਕੀਤੀ ਗਈ ਹੈ ਇਸ 24 ਅਸ਼ਟਪਦੀਆਂ ਦੇ ਵਿੱਚ, ਜਿਹੜਾ ਕਿ ਜਿਸ ਦੀ ਹੋਂਦ ਸਾਰੇ ਪਾਸੇ ਪਸਰੀ ਹੋਈ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਕਿ ਇਹ ਸਰਗੁਣ ਨਿਰਗੁਣ ਨਿਰੰਕਾਰ ਤੇ ਸੁਨ ਸਮਾਧ ਆਪ ਹੀ ਪਰਮਾਤਮਾ ਦਾ ਇੱਕ ਖੇਲ ਰਚਿਆ ਹੋਇਆ ਹੈ ਅਤੇ ਆਪ ਹੀ ਸੁਨ ਸਮਾਧ ਦੇ ਵਿੱਚ ਉਹ ਸਾਰੇ ਕਰੈਕਟਰ ਉਹਦੇ ਹੀ ਹਨ ਕਿ ਬੋਲਣ ਵਾਲਾ ਵੀ ਉਹੀ ਹੈ, ਸੁਣਨ ਵਾਲਾ ਵੀ ਉਹੀ ਹੈ, ਦੇਖਣ ਵਾਲਾ ਵੀ ਉਹੀ ਹੈ ਅਤੇ ਸਾਰੇ ਕਰੈਕਟਰਾਂ ਦੇ ਵਿੱਚ, ਸਾਰੀ ਜੋ ਕ੍ਰਿਤ ਦੇ ਵਿੱਚ ਇੱਕ ਕਰਤੇ ਦੇ ਜੋ ਖੇਲ ਦੇ ਡਿਵਾਈਨ ਕਰੈਕਟਰ ਹਨ ਉਹ ਸਾਰੇ ਹੀ ਉਸਦੇ ਹਨ। ਉਹ ਆਪ ਹੀ ਆਪ ਹੈ ਅਤੇ ਇਸ ਨੂੰ ਕਿੰਨੇ ਹੀ ਸ਼ਬਦਾਂ ਨਾਲ ਇੱਥੇ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਕਿ ਭਗਤ ਕਬੀਰ ਜੀ ਕਹਿੰਦੇ ਹਨ ਕਿ ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਕਿ ਇਹ ਜੋ ਅਵਸਥਾ ਹੈ ਇਹ ਕੋਈ ਦੇਖਣ ਦੀ ਗੱਲ ਨਹੀਂ ਹੈ, ਇਹ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ ਗੁਰੂ ਸ਼ਬਦ ਦੀ ਕਮਾਈ ਦੇ ਦੁਆਰਾ। ਜਦੋਂ ਗੁਰੂ ਸਾਹਿਬ ਜੀ ਦੀ ਆਪ ਕਿਰਪਾ ਹੋ ਜਾਵੇ, ਇਹ ਫਿਰ ਗੁਰੂ ਸਾਹਿਬ ਜੀ ਆਪ ਹੀ ਸਾਰੇ ਆਕਾਰ ਮਿਟਾ ਕੇ ਨਿਰੰਕਾਰ ਦੇ ਨਾਲ ਮਿਲਾ ਦਿੰਦੇ ਹਨ ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਤੇ ਇਹ ਜੋ ਕਨਸੈਪਟ ਹੈ ਜੀ, ਇਹ ਸੁਖਮਨੀ ਸਾਹਿਬ ਦੇ ਵਿੱਚੋਂ ਗੁਰੂ ਕਿਰਪਾ ਦੇ ਨਾਲ ਇਹ ਸੋਝੀ ਪਈ ਹੈ। ਜਦ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਸਾਰੇ ਹੀ ਸੰਗਤ ਘਰਾਂ ਵਿੱਚ ਪਾਠ ਕਰਾਉਂਦੀ ਹੈ ਬੜੀ ਸ਼ਰਧਾ ਭਾਵਨਾ ਨਾਲ, ਪਰ ਇਹ ਜੋ ਆਪਾਂ ਮੈਸੇਜ ਗੁਰੂ ਸਾਹਿਬ ਦੇ ਰਹੇ ਹਨ ਉਸ ਨੂੰ ਆਪਾਂ ਵਿਚਾਰਨਾ ਹੈ, ਆਪਣੀ ਜ਼ਿੰਦਗੀ ਵਿੱਚ ਢਾਲਣਾ ਹੈ ਤਾਂ ਕਿ ਆਪਣੇ ਆਪਾਂ ਨੂੰ ਇਹ ਅਵਸਥਾਵਾਂ ਮਿਲ ਸਕਣ, ਕਿਉਂਕਿ ਗੁਰੂ ਸਾਹਿਬ ਨੇ ਇਹ ਉਪਦੇਸ਼ ਤਤੀ ਤਵੀ ਤੇ ਬਹਿ ਕੇ ਦਿੱਤਾ। ਹਾਂਜੀ ਸੰਗਤ ਜੀ, ਜਦੋਂ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਫਲ ਦਾ ਇੰਟਰਪ੍ਰੀਟੇਸ਼ਨ ਕਰਦੇ ਹਾਂ ਤਾਂ ਗੁਰੂ ਸਾਹਿਬ ਨੇ 24ਵੀਂ ਅਸ਼ਟਪਦੀ ਦੇ ਵਿੱਚ 6ਵਾਂ ਪਦਾ ਪੂਰਾ ਸੁਖਮਨੀ ਸਾਹਿਬ ਦੇ ਫਲ ਦੱਸੇ ਹਨ ਕਿ ਖੇਮ ਸ਼ਾਂਤ ਰਿੱਧ ਨਵਨਿੱਧ, ਬੁੱਧ ਗਿਆਨ ਸਰਬ ਤੈ ਸਿੱਧ,
विद्या तप जोग प्रभ ध्यान ज्ञान श्रेष्ठ उत्तम स्नान। चार पदार्थ कमल प्रकाश सब के मद सगल ते उदास। सुंदर चतुर तत् का बेता समदर्शी एक दृष्टेता। ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਕਿ ਜੋ ਗੁਰੂ ਦਾ ਸਿੱਖ ਹੈ, ਜੋ ਗੁਰਮਤਿ ਦਾ ਧਾਰਨੀ ਹੈ, ਉਹ ਸਮਦ੍ਰਿਸ਼ਟੀ ਹੈ, ਦਵੈਸ਼ ਤੋਂ ਰਹਿਤ ਹੈ ਅਤੇ ਇਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਉਪਦੇਸ਼ ਹੈ। ਉਸ ਇੱਕ ਨਾਲ ਜੁੜਨਾ ਹੈ, ਉਸ ਇੱਕ ਨੂੰ ਲੱਭਣਾ ਹੈ ਜੋ ਸਾਰਿਆਂ ਵਿੱਚ ਵਰਤ ਰਿਹਾ ਹੈ, ਜੋ ਹੁਕਮੀ ਹੈ। ਅਤੇ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਹੈ। ਜੂਨ ਦੇ ਵਿੱਚ ਸਾਰੀਆਂ ਹੀ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਨੂੰ ਬੜੇ ਹੀ ਪ੍ਰੇਮ ਨਾਲ ਪੜ੍ਹਦੀਆਂ ਹਨ ਅਤੇ ਆਪਾਂ ਨੂੰ ਗੁਰੂ ਸਾਹਿਬ ਚੌਥਾ ਪਦ ਦੇ ਰਹੇ ਹਨ ਕੁਚੱਜੀਆਂ ਨੂੰ, ਜੋ ਆਪਾਂ ਕਲਯੁਗੀ ਜੀਵ ਹਾਂ। ਤੋ ਗੁਰੂ ਸਾਹਿਬ ਜੀ ਦਾ ਜਸ ਕਰੀਏ ਜੋ ਪ੍ਰਤੱਖ ਹਰ ਨੇ। ਧਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਸਾਹਿਬ ਆਪ ਹੀ ਹਰੀ ਦਾ ਰੂਪ ਹੋ ਕੇ ਇਸ ਬਾਣੀ ਨੂੰ ਲਿਖਿਆ ਅਤੇ ਆਪਾਂ ਕਲਯੁਗੀ ਜੀਵਾਂ ਨੂੰ ਇਹ ਬਾਣੀ ਦਿੱਤੀ। ਆਪਾਂ ਗੁਰੂ ਜੀ ਦਾ ਸ਼ਹੀਦੀਆਂ ਦਾ ਮੁੱਲ ਪਾਈਏ ਅਤੇ ਇਹ ਗੁਣ ਧਾਰਨ ਕਰੀਏ, ਇੱਕ ਸਮਦ੍ਰਿਸ਼ਟੀ ਸਿੱਖ ਬਣੀਏ ਜੋ ਕਿ ਦਵੈਸ਼ ਤੋਂ ਰਹਿਤ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਸੰਕਟ ਜੋਨ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। जब लो नहीं भाग लीलार उदय, जब लो नहीं भाग लीलार उदय। तब लो भ्रमते फिरते बहुत आयो। फिर संकट जोन, फिर संकट जोन गर्भ ना आयो। जपयो जिन अरजन देव गुरु, जपयो जिन अरजन देव गुरु। कल घोर समुद्र में बूढ़त थे, कल घोर समुद्र में बूढ़त थे। कब हूँ मिट है नहीं रे पछतायो। कल घोर समुद्र में बूढ़त थे। कब हूँ मिट है नहीं रे पछतायो। फिर संकट जोन, फिर संकट जोन गर्भ ना आयो। जपयो जिन अरजन देव गुरु, जपयो जिन अरजन देव गुरु।
फिर संकट जोन, फिर संकट जोन, फिर संकट जोन, गर्भ न आयो, जपियो जिन अर्जन देव गुरु, जपियो जिन अर्जन देव गुरु। तात विचार यह मथुरा, जग तारन को अवतार बनायो। तात विचार यह मथुरा, जग तारन को अवतार बनायो, जग तारन को अवतार बनायो। जपियो जिन अर्जन देव गुरु, फिर संकट जोन, फिर संकट जोन, गर्भ न आयो। तात विचार यह मथुरा, जग तारन को अवतार बनायो। फिर संकट जोन, फिर संकट जोन, गर्भ न आयो। जपियो जिन अर्जन देव गुरु, जपियो जिन अर्जन देव गुरु। फिर संकट जोन, फिर संकट जोन, फिर संकट जोन, गर्भ न आयो। जपियो जिन अर्जन देव गुरु, जपियो जिन अर्जन देव गुरु, जपियो जिन अर्जन देव गुरु। संत जना मेल हर जस गायो, कोट जन्म के दुख गवायो। संत जना मेल हर जस गायो, कोट जन्म के दुख। जो चाहत सोई मन पायो, कर कृपा हर नाम। सर्ब सुख हर नाम वडाई, गुर प्रसाद नानक मत पाई। वाहे गुरु संत जना मिल हर जस गायो, कोट जन्म के दुख गवायो। जो चाहत सोई मन पाए, कर कृपा सर्ब सुख हर नाम वडाई। गुर प्रसाद, गुर प्रसाद नानक मत पाई। श्लोक पम गुरु पाणी पिता माता तरत महत। दिवस रात दोदाई दाया, खेले सगल जगत चंगियाइया बुरे आइया। वाचे धर्म हदूर करमी, आपो अपनी के नेड़े के दूर। जिनी नाम ते आया गए मसकत कहाल, नानक ते मुख उजले केती छुट्टी नाल।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।